ਆਓ ਅੱਜ ਅਸੀਂ ਰਮੇਸ਼ ਚੰਦਰ ਸ਼ਰਮਾ ਜੀ ਬਾਰੇ ਜਾਣੀਏ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਐਸਾ ਸਫ਼ਾ ਖੋਲ੍ਹ ਕੇ ਰੱਖ ਦਿੱਤਾ ਜਿਸ ਨੂੰ ਪੜ੍ਹ ਕੇ ਸ਼ਾਇਦ ਵਿਰੋਧ ਕਰਨ ਵਾਲਿਆਂ ਦੀ ਅੱਖਾਂ ਖੁੱਲ੍ਹ ਜਾਣ ਤੇ ਜਿਸ ਪਾਪ ਵਿੱਚ ਉਹ ਭਾਗੀਦਾਰ ਬਣ ਰਹੇ ਹਨ, ਸ਼ਾਇਦ ਉਸ ਤੋਂ ਬਚ ਸਕਣ। ਰਮੇਸ਼ ਚੰਦਰ ਸ਼ਰਮਾ ਜੀ ਦਾ ਖੰਨਾ ਸ਼ਹਿਰ ਵਿੱਚ ਇੱਕ ਮੈਡੀਕਲ ਸਟੋਰ ਸੀ, ਜੋ ਕਿ ਕਾਫੀ ਪੁਰਾਣਾ ਸੀ ਤੇ ਟਿਕਾਣੇ 'ਤੇ ਹੋਣ ਕਰਕੇ ਵਧੀਆ ਚੱਲਦਾ ਸੀ। ਪਰ ਕਹਿੰਦੇ ਹਨ ਕਿ ਪੈਸਾ ਬੰਦੇ ਦਾ ਦਿਮਾਗ ਖਰਾਬ ਕਰ ਦਿੰਦਾ ਹੈ, ਤੇ ਉਹੀ ਕੰਮ ਰਮੇਸ਼ ਚੰਦਰ ਦੇ ਨਾਲ ਵੀ ਹੋਇਆ। ਰਮੇਸ਼ ਜੀ ਦੱਸਦੇ ਹਨ ਕਿ ਮੈਡੀਕਲ ਸਟੋਰ ਬਹੁਤ ਵਧੀਆ ਚੱਲਿਆ, ਮੇਰੀ ਆਰਥਿਕ ਹਾਲਤ ਬਹੁਤ ਵਧੀਆ ਹੋ ਗਈ। ਮੈਂ ਕੁਝ ਪਲਾਟ ਤੇ ਜ਼ਮੀਨ ਜਾਇਦਾਦ ਵੀ ਖਰੀਦ ਲਈ ਤੇ ਆਪਣੇ ਮੈਡੀਕਲ ਸਟੋਰ ਨਾਲ ਇੱਕ ਲੈਬੋਰਟਰੀ ਵੀ ਖੋਲ੍ਹ ਲਈ। ਮੈਂ ਇੱਥੇ ਝੂਠ ਨਹੀਂ ਬੋਲਾਂਗਾ, ਪਰ ਮੈਂ ਲਾਲਚੀ ਹੋ ਚੁੱਕਾ ਸੀ, ਕਿਉਂਕਿ ਮੈਡੀਕਲ ਖੇਤਰ ਵਿੱਚ ਦੁੱਗਣੀ ਨਹੀਂ ਬਲਕਿ ਕਈ ਗੁਣਾ ਕਮਾਈ ਹੈ। ਇਸ ਗੱਲ ਬਾਰੇ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੋਵੇਗਾ। 10 ਰੁਪਏ ਦੀ ਆਈ ਹੋਈ ਮੈਡੀਸਿਨ ਵੀ 70-80 ਰੁਪਏ ਦੀ ਦੱਸ ਕੇ ਵਿਕ ਜਾਂਦੀ ਹੈ। ਮੈਨੂੰ ਜੇਕਰ ਕੋਈ 2 ਰੁਪਏ ਵੀ ਘੱਟ ਕਰਨ ਨੂੰ ਕਹਿੰਦਾ, ਮੈਂ ਗਾਹਕ ਮੋੜ ਦਿੰਦਾ ਸੀ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਸਿਰਫ ਆਪਣੀ ਕਰ ਰਿਹਾ ਹਾਂ। ਸੰਨ 2008 ਦੀ ਗੱਲ ਹੈ। ਗਰਮੀਆਂ ਦੇ ਦਿਨਾਂ ਵਿੱਚ ਇੱਕ ਬਜ਼ੁਰਗ ਮੇਰੇ ਸਟੋਰ 'ਤੇ ਆਏ। ਉਹਨਾਂ ਨੇ ਮੈਨੂੰ ਇੱਕ ਡਾਕਟਰ ਦੀ ਪਰਚੀ ਦਿੱਤੀ। ਮੈਂ ਦਵਾਈ ਪੜ੍ਹ ਕੇ ਕਢਵਾ ਦਿੱਤੀ। ਉਸ ਦਵਾਈ ਦਾ ਬਿੱਲ 560 ਰੁਪਏ ਬਣਿਆ। ਪਰ ਉਹ ਬਜ਼ੁਰਗ ਸੋਚਾਂ ਵਿੱਚ ਪੈ ਗਏ। ਉਹਨਾਂ ਨੇ ਆਪਣੀਆਂ ਸਾਰੀਆਂ ਜੇਬਾਂ ਖਾਲੀ ਕਰ ਦਿੱਤੀਆਂ, ਪਰ ਉਹਨਾਂ ਕੋਲ ਕੁੱਲ 180 ਰੁਪਏ ਹੀ ਨਿਕਲੇ। ਉਸ ਸਮੇਂ ਮੈਂ ਕਾਫੀ ਗੁੱਸੇ ਵਿੱਚ ਸੀ, ਕਿਉਂਕਿ ਸਮਾਂ ਲਗਾ ਕੇ ਮੈਂ ਉਸ ਬਜ਼ੁਰਗ ਦੀਆਂ ਸਾਰੀਆਂ ਦਵਾਈਆਂ ਲੱਭੀਆਂ ਸਨ। ਉੱਪਰੋਂ ਉਹਨਾਂ ਕੋਲ ਪੈਸੇ ਵੀ ਪੂਰੇ ਨਹੀਂ ਸਨ। ਬਜ਼ੁਰਗ ਹੁਣ ਨਾ ਕਰਨ ਜੋਗੇ ਵੀ ਨਹੀਂ ਸੀ, ਕਿਉਂਕਿ ਸ਼ਾਇਦ ਉਹਨਾਂ ਨੂੰ ਦਵਾਈ ਦੀ ਬਹੁਤ ਜ਼ਰੂਰਤ ਸੀ। ਝਿਜਕਦੇ ਹੋਏ ਬਜ਼ੁਰਗਾਂ ਨੇ ਕਿਹਾ, ਮੇਰੇ ਕੋਲ ਪੈਸੇ ਘੱਟ ਹਨ, ਘਰ ਵਾਲੀ ਬਿਮਾਰ ਹੈ, ਸਾਡੀ ਔਲਾਦ ਸਾਨੂੰ ਪੁੱਛਦੀ ਨਹੀਂ। ਮੈਂ ਬੁਢਾਪੇ ਵਿੱਚ ਆਪਣੀ ਪਤਨੀ ਨੂੰ ਇੰਜ ਦਵਾਈ ਪੱਖੋਂ ਮਰਦਾ ਨਹੀਂ ਵੇਖ ਸਕਦਾ। ਮੈਂ ਉਸ ਵੇਲੇ ਬਜ਼ੁਰਗ ਦੀ ਕੋਈ ਗੱਲ ਨਹੀਂ ਸੁਣੀ ਤੇ ਦਵਾਈ ਵਾਪਸ ਰੱਖ ਕੇ ਉੱਥੋਂ ਉਹਨਾਂ ਨੂੰ ਜਾਣ ਲਈ ਕਹਿ ਦਿੱਤਾ। ਇੱਥੇ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਅਸਲ ਵਿੱਚ ਵੇਖਿਆ ਜਾਵੇ ਤਾਂ ਉਸ ਬਜ਼ੁਰਗ ਦੀ ਮੈਡੀਸਿਨ ਦੀ ਕੁੱਲ ਰਕਮ 120 ਰੁਪਏ ਹੀ ਬਣਦੀ ਸੀ। ਜੇਕਰ ਮੈਂ ਉਹਨਾਂ ਕੋਲੋਂ 150 ਰੁਪਏ ਵੀ ਲੈ ਲੈਂਦਾ ਤਾਂ ਫਿਰ ਵੀ 30 ਰੁਪਏ ਦਾ ਫਾਇਦਾ ਹੁੰਦਾ ਸੀ। ਪਰ ਲਾਲਚ ਜਿਉਣ ਨਹੀਂ ਦਿੰਦਾ। ਬਜ਼ੁਰਗ ਉੱਥੋਂ ਜਾਣ ਲੱਗੇ ਤਾਂ ਮੇਰੀ ਦੁਕਾਨ 'ਤੇ ਕੰਮ ਕਰਦੇ ਇੱਕ ਲੜਕੇ ਨੇ ਆਪਣੀ ਜੇਬ ਵਿੱਚੋਂ ਪੈਸੇ ਕੱਢ ਕੇ ਉਸ ਬਜ਼ੁਰਗ ਨੂੰ ਦਵਾਈ ਖਰੀਦ ਕੇ ਦੇ ਦਿੱਤੀ। ਇਸ ਗੱਲ ਦਾ ਮੇਰੇ 'ਤੇ ਕੋਈ ਅਸਰ ਨਾ ਹੋਇਆ। ਮੈਂ ਪੈਸੇ ਲਏ ਤੇ ਉਸ ਬਜ਼ੁਰਗ ਨੂੰ ਦਵਾਈ ਦੇ ਦਿੱਤੀ। ਸਮਾਂ ਲੰਘਿਆ, ਸਾਲ 2009 ਆਇਆ। ਮੇਰੀ ਇੱਕੋ ਇੱਕ ਔਲਾਦ ਜੋ ਮੇਰਾ ਲੜਕਾ ਸੀ, ਉਸ ਨੂੰ ਬ੍ਰੇਨ ਟਿਊਮਰ ਹੋ ਗਿਆ। ਪਹਿਲਾਂ ਤਾਂ ਸਾਨੂੰ ਪਤਾ ਹੀ ਨਾ ਲੱਗਿਆ, ਪਰ ਜਦੋਂ ਪਤਾ ਲੱਗਿਆ ਤਾਂ ਜ਼ਿੰਦਗੀ ਹੀ ਪਲਟ ਗਈ। ਮੇਰੀ ਉਮਰ ਹੋ ਚੁੱਕੀ ਸੀ ਤੇ ਮੇਰਾ ਲੜਕਾ ਮੌਤ ਦੇ ਕਿਨਾਰੇ ਖੜਾ ਸੀ। ਪੈਸਾ ਲੱਗਦਾ ਰਿਹਾ ਤੇ ਲੜਕੇ ਦੀ ਬਿਮਾਰੀ ਵੱਧਦੀ ਗਈ। ਪਲਾਟ ਵਿਕ ਗਏ, ਜ਼ਮੀਨਾਂ ਵਿਕ ਗਈਆਂ, ਆਖਰ ਮੈਡੀਕਲ ਸਟੋਰ ਵੀ ਵਿਕ ਗਿਆ। ਪਰ ਮੇਰੇ ਲੜਕੇ ਦੀ ਸਿਹਤ ਵਿੱਚ ਜ਼ਰਾ ਵੀ ਸੁਧਾਰ ਨਹੀਂ ਆਇਆ। ਆਪਰੇਟ ਵੀ ਨਹੀਂ ਕੀਤਾ ਜਾ ਸਕਦਾ ਸੀ। ਤੇ ਜਦੋਂ ਸਭ ਕੁਝ ਖਤਮ ਹੋ ਗਿਆ ਤਾਂ ਮੈਨੂੰ ਪੈਸੇ ਦੀ ਕਮੀ ਖੱਲਣ ਲੱਗੀ। ਆਖਰ ਡਾਕਟਰਾਂ ਨੇ ਮੇਰੇ ਲੜਕੇ ਨੂੰ ਘਰ ਲਿਜਾ ਕੇ ਸੇਵਾ ਕਰਨ ਲਈ ਕਿਹਾ। ਮੇਰਾ ਲੜਕਾ 2012 ਵਿੱਚ ਪੂਰਾ ਹੋ ਗਿਆ। ਸਾਰੀ ਉਮਰ ਦੀ ਕਮਾਈ ਲਾ ਕੇ ਵੀ ਮੈਂ ਉਸ ਨੂੰ ਨਹੀਂ ਬਚਾ ਸਕਿਆ ਤੇ ਰੱਬ ਨੇ ਸੱਚਾਈ ਮੇਰੇ ਸਾਹਮਣੇ ਲਿਆ ਕੇ ਖੜੀ ਕਰ ਦਿੱਤੀ। 2015 ਵਿੱਚ ਮੈਨੂੰ ਪੈਰਾਲਾਈਸਿਸ ਹੋ ਗਿਆ ਤੇ ਮੇਰਾ ਇੱਕ ਪਾਸਾ ਮਾਰਿਆ ਗਿਆ। ਅੱਜ ਜਦੋਂ ਮੇਰੀ ਦਵਾਈ ਆਉਂਦੀ ਹੈ ਤਾਂ ਉਹਨਾਂ ਦਵਾਈਆਂ ਦੇ ਖਰਚ ਕੀਤੇ ਪੈਸੇ ਮੈਨੂੰ ਚੁਭਦੇ ਹਨ, ਕਿਉਂਕਿ ਉਹਨਾਂ ਦਵਾਈਆਂ ਦੇ ਅਸਲ ਰੇਟ ਮੈਨੂੰ ਪਤਾ ਹਨ। ਇੰਜ ਇੱਕ ਦਿਨ ਮੈਂ ਕੋਈ ਦਵਾਈ ਲੈਣ ਮੈਡੀਕਲ ਸਟੋਰ 'ਤੇ ਗਿਆ। 100 ਵਾਲਾ ਇੰਜੈਕਸ਼ਨ ਮੈਨੂੰ 700 ਵਿੱਚ ਦਿੱਤਾ ਗਿਆ, ਪਰ ਉਸ ਵੇਲੇ ਮੇਰੀ ਜੇਬ ਵਿੱਚ 500 ਰੁਪਏ ਸਨ। ਬਿਨਾਂ ਇੰਜੈਕਸ਼ਨ ਲਏ ਮੈਨੂੰ ਸਟੋਰ ਤੋਂ ਵਾਪਸ ਜਾਣਾ ਪਿਆ। ਉਸ ਵੇਲੇ ਉਸ ਬਜ਼ੁਰਗ ਦੀ ਯਾਦ ਮੇਰੇ ਦਿਲੋਂ ਦਿਮਾਗ 'ਤੇ ਛਾ ਗਈ।
ਮੈਂ ਗੁਰੂ ਨਾਨਕ ਮੋਦੀ ਖਾਨੇ ਦਾ ਵਿਰੋਧ ਕਰਨ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਾਂ ਸਭ ਦੀ ਕਮਾਈ, ਸਭ ਦਾ ਕਮਾਈ ਕਰਨ ਲਈ ਬੈਠੇ ਹਾਂ, ਕਿਉਂਕਿ ਢਿੱਡ ਤਾਂ ਸਭ ਨੂੰ ਲੱਗਾ ਹੈ, ਪਰ ਜਾਇਜ਼ ਕਮਾਈ ਕਰੀਏ। ਬੰਦਾ ਗਰੀਬ ਦੇਖ ਕੇ ਕਮਾਈ ਕਰਨੀ ਨੇਕ ਕਮਾਈ ਹੈ, ਕਿਉਂਕਿ ਨਰਕ ਸਵਰਗ ਇੱਥੇ ਹੀ ਹਨ, ਇਸ ਧਰਤੀ ਦੇ ਉੱਤੇ, ਹੋਰ ਕਿਤੇ ਨਹੀਂ। ਤੇ ਅੱਜ ਮੈਂ ਨਰਕ ਭੋਗ ਰਿਹਾ ਹਾਂ। ਪੈਸੇ ਨੇ ਕਦੇ ਵੀ ਸਾਥ ਨਹੀਂ ਦੇਣਾ। ਹੁਣ ਜਿੰਨਾ ਮਰਜ਼ੀ ਵਿਰੋਧ ਕਰ ਲਵੋ, ਪਰ ਰੱਬ ਤੋਂ ਡਰ ਕੇ ਹੀ ਚੱਲਣਾ ਪੈਣਾ ਹੈ।